ਰਾਤ ਦੇ 11 ਵੱਜ ਚੁੱਕੇ ਸੀ। ਅੱਜ ਮੈਂ ਬਹੁਤ ਪਰੇਸ਼ਾਨ ਸੀ ਕਿਉਂਕਿ 1 ਸਾਲ ਪਹਿਲਾਂ ਇਸੇ ਹੀ ਦਿਨ ਮੇਰੇ ਭਰਾ ਦਾ ਦੂਜਾ ਵਿਆਹ ਹੋਇਆ ਸੀ। ਸਾਰੇ ਬਹੁਤ ਖੁਸ਼ ਸੀ। ਮੇਰੇ ਭਰਾ ਦੇ ਕਮਰੇ ਵਿੱਚੋਂ ਹਲਕੀ ਜਿਹੀ ਚੀਕਣ ਦੀ ਆਵਾਜ਼ ਆਈ ਤੇ ਸਵੇਰੇ ਜੋ ਹੋਇਆ ਉਸਨੇ ਸਭ ਨੂੰ ਪਰੇਸ਼ਾਨ ਕਰ ਦਿੱਤਾ। ਮੇਰੀ ਭਾਬੀ, ਜਿਸ ਨੂੰ ਅਸੀਂ ਕੱਲ੍ਹ ਹੀ ਵਿਆਹ ਕੇ ਲਿਆਏ ਸੀ, ਉਹ ਸਾਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਸੀ। ਭਾਬੀ ਬਹੁਤ ਜਵਾਨ ਤੇ ਖੂਬਸੂਰਤ ਸੀ। ਉਸ ਦੀ ਅਚਾਨਕ ਮੌਤ ਹੋ ਜਾਣ ਕਾਰਨ ਸਾਰੇ ਬਹੁਤ ਪਰੇਸ਼ਾਨ ਸੀ। ਭਾਬੀ ਇੱਕ ਗਰੀਬ ਪਰਿਵਾਰ ਦੀ ਕੁੜੀ ਸੀ। ਉਸ ਦੇ ਮਾਤਾ-ਪਿਤਾ ਨਹੀਂ ਸਨ ਤੇ ਚਾਚੇ ਨੇ ਹੀ ਉਸ ਦਾ ਵਿਆਹ ਕੀਤਾ ਸੀ। ਉਹ ਬਹੁਤ ਸਿੱਧੇ-ਸਾਦੇ ਲੋਕ ਸੀ, ਇਸ ਲਈ ਉਹਨਾਂ ਨੇ ਸਾਡੇ 'ਤੇ ਕੋਈ ਕੇਸ ਨਹੀਂ ਕੀਤਾ। ਪਰ ਭਾਬੀ ਦੀ ਹਾਲਤ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਕੋਈ ਤਾਂ ਗੱਲ ਜ਼ਰੂਰ ਹੈ। ਐਦਾਂ ਅਚਾਨਕ ਮੌਤ ਨਹੀਂ ਹੋ ਸਕਦੀ, ਕਿਉਂਕਿ ਭਾਬੀ ਦਾ ਰੰਗ ਨੀਲਾ ਪੈ ਗਿਆ ਸੀ ਤੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ, ਜਿਵੇਂ ਕਿਸੇ ਨੇ ਮਾਰਿਆ ਹੋਵੇ। ਪਰ ਭਰਾ 'ਤੇ ਅਸੀਂ ਸ਼ੱਕ ਨਹੀਂ ਕਰ ਸਕਦੇ ਸੀ। ਉਹ ਤਾਂ ਬਹੁਤ ਨਰਮ ਦਿਲ ਇਨਸਾਨ ਸੀ। ਹੁਣ ਅਸੀਂ ਫਿਰ ਆਪਣੇ ਭਰਾ ਦਾ ਤੀਸਰਾ ਵਿਆਹ ਕਰਨ ਲੱਗੇ ਸੀ। ਇਸ ਵਾਰ ਕੁੜੀ ਬਹੁਤ ਦੂਰ ਦੀ ਸੀ। ਉਸ ਦੇ ਘਰਦਿਆਂ ਨੂੰ ਸਾਡੇ ਬਾਰੇ ਬਹੁਤਾ ਕੁਝ ਨਹੀਂ ਪਤਾ ਸੀ ਕਿ ਮੁੰਡੇ ਦੇ ਪਹਿਲਾਂ ਵੀ 2 ਵਿਆਹ ਹੋ ਚੁੱਕੇ ਹਨ। ਇਸ ਲਈ ਉਹ ਵਿਆਹ ਲਈ ਮੰਨ ਗਏ। ਹੁਣ ਮੈਂ ਪੱਕਾ ਇਰਾਦਾ ਬਣਾ ਲਿਆ ਸੀ ਕਿ ਜੋ ਕੁਝ ਮੇਰੀਆਂ ਪਹਿਲੀਆਂ ਭਾਬੀਆਂ ਨਾਲ ਹੋਇਆ ਸੀ, ਇਸ ਵਾਰ ਨਹੀਂ ਮੈਂ ਹੋਣ ਦੇਣਾ। ਫਿਰ ਮੈਂ ਆਪਣੀ ਨਵੀਂ ਭਾਬੀ ਨਾਲ ਬੈਠ ਕੇ ਗੱਲਾਂ ਕਰਨ ਲੱਗ ਗਈ। ਜਿੰਨਾ ਮੈਂ ਪੁੱਛਦੀ ਉਹ ਉਨਾ ਹੀ ਜਵਾਬ ਦਿੰਦੀ ਤੇ ਆਪਣੇ ਕੋਲੋਂ ਕੋਈ ਗੱਲ ਨਹੀਂ ਕਰਦੀ। ਉਹ ਬਹੁਤ ਭੋਲੀ ਤੇ ਸ਼ਰੀਫ ਸੀ। ਮੈਂ ਆਪਣੀ ਭਾਬੀ ਨੂੰ ਕਿਹਾ ਕਿ ਅੱਜ ਰਾਤ ਮੈਂ ਤੁਹਾਡੇ ਕੋਲ ਸੌਂ ਜਾਵਾਂ, ਤਾਂ ਉਹਨਾਂ ਨੇ ਬਿਨਾਂ ਇਤਰਾਜ਼ ਕਰਦੇ ਹੋਏ ਹਾਂ ਕਰ ਦਿੱਤੀ। ਐਨੇ ਨੂੰ ਮੇਰਾ ਭਰਾ ਕਮਰੇ ਵਿੱਚ ਆ ਗਿਆ। ਮੰਮੀ ਕਹਿਣ ਲੱਗੀ ਕਿ ਹੁਣ ਤੂੰ ਬਾਹਰ ਆ ਜਾ, ਇਹਨਾਂ ਦੋਹਾਂ ਨੂੰ ਆਰਾਮ ਕਰ ਲੈਣ ਦੇ ਤੇ ਤੂੰ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾ। ਪਰ ਮੈਨੂੰ ਤਾਂ ਚੈਨ ਨਹੀਂ ਆ ਰਿਹਾ ਸੀ। ਮੈਂ ਮੰਮੀ ਤੇ ਭਰਾ ਦੋਨਾਂ ਨਾਲ ਲੜ ਪਈ ਕਿ ਤੁਹਾਨੂੰ ਨਹੀਂ ਪਤਾ ਕਿ ਪਿਛਲੀਆਂ ਭਾਬੀਆਂ ਨਾਲ ਕੀ ਹੋਇਆ ਸੀ। ਇਸ ਵਾਰ ਮੈਂ ਅਜਿਹਾ ਕੁਝ ਨਹੀਂ ਹੋਣ ਦੇਣਾ ਤੇ ਦੇਖ ਕੇ ਰਹਿਣਾ ਕਿ ਆਖਰ ਇਸ ਕਮਰੇ ਵਿੱਚ ਕੀ ਹੁੰਦਾ। ਇਹ ਸਭ ਸੁਣ ਕੇ ਭਾਬੀ ਵੀ ਬਹੁਤ ਡਰ ਗਈ। ਮੇਰਾ ਭਰਾ ਵੀ ਡਰਿਆ ਹੋਇਆ ਸੀ ਤੇ ਉਸਨੇ ਕਿਹਾ ਕਿ ਕੋਈ ਗੱਲ ਨਹੀਂ, ਤੂੰ ਅੱਜ ਇੱਥੇ ਹੀ ਸੌਂ ਜਾ, ਮੈਂ ਸੋਫੇ 'ਤੇ ਸੌਂ ਜਾਂਦਾ ਹਾਂ। ਮੈਨੂੰ ਤਾਂ ਆਪ ਰਾਤ ਦੇ ਇਸ ਕਿੱਸੇ ਦੀ ਸਮਝ ਨਹੀਂ ਆਉਂਦੀ। ਹੋ ਸਕਦਾ ਅਸੀਂ ਦੋਨੋਂ ਮਿਲ ਕੇ ਉਸ ਹਾਦਸੇ ਨੂੰ ਹੋਣ ਤੋਂ ਰੋਕ ਸਕੀਏ। ਮੈਨੂੰ ਭਾਬੀ ਨਾਲ ਗੱਲਾਂ ਕਰਦੀ ਨੂੰ ਕਦੋਂ ਨੀਂਦ ਆ ਗਈ, ਪਤਾ ਹੀ ਨਹੀਂ ਲੱਗਿਆ। ਅਚਾਨਕ ਮੇਰੀ ਅੱਖ ਖੁੱਲ੍ਹੀ। ਰਾਤ ਦੇ 2 ਵਜੇ ਸੀ। ਮੈਂ ਖਿੜਕੀ ਵਿੱਚ ਕਿਸੇ ਦਾ ਪਰਛਾਵਾਂ ਦੇਖਿਆ ਜੋ ਕਿ ਕਮਰੇ ਵੱਲ ਨੂੰ ਜਾ ਰਿਹਾ ਸੀ। ਉਸਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਮੂੰਹ ਵੀ ਢਕਿਆ ਹੋਇਆ ਸੀ। ਮੈਂ ਉਹਨੂੰ ਦੇਖ ਕੇ ਬਹੁਤ ਡਰ ਗਈ। ਮੈਂ ਜ਼ੋਰ ਦੀ ਚੀਕ ਮਾਰੀ ਤੇ ਆਪਣੇ ਭਰਾ ਨੂੰ ਕਿਹਾ, ਉੱਠ, ਉਹ ਆ ਗਿਆ ਭਾਬੀ ਨੂੰ ਮਾਰਨ। ਆਵਾਜ਼ਾਂ ਸੁਣ ਕੇ ਸਾਰੇ ਘਰ ਦੇ ਜਾਗ ਪਏ ਤੇ ਬਾਹਰ ਨਿਕਲ ਆਏ। ਐਨੇ ਨੂੰ ਕਾਤਲ ਵੀ ਭੱਜ ਗਿਆ। ਸਾਰਿਆਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਮਿਲਿਆ। ਸਾਰੇ ਮੇਰੇ ਵੱਲ ਦੇਖਣ ਲੱਗ ਗਏ ਤੇ ਬੋਲੇ, ਐਵੇਂ ਰੌਲਾ ਪਾਈ ਜਾਨੀ ਐ, ਕੁਝ ਨਹੀਂ ਹੈਗਾ। ਸਾਰਿਆਂ ਨੂੰ ਉੱਦਾਂ ਹੀ ਅੱਧੀ ਰਾਤ ਨੂੰ ਉਠਾ ਦਿੱਤਾ ਤੇ ਫਿਰ ਸਾਰੇ ਆਪਣੇ ਕਮਰਿਆਂ ਵਿੱਚ ਚਲੇ ਗਏ। ਫਿਰ ਸਵੇਰੇ ਨੂੰ ਨਹਾ ਕੇ ਅਸੀਂ ਸਾਰੇ ਗੁਰਦੁਆਰਾ ਸਾਹਿਬ ਗਏ ਤੇ ਵਾਪਸ ਆ ਕੇ ਮੈਂ ਮੰਮੀ ਨੂੰ ਦੱਸਿਆ ਕਿ ਰਾਤੀ ਸੱਚੀ ਮੈਂ ਕਿਸੇ ਨੂੰ ਦੇਖਿਆ ਸੀ। ਮੰਮੀ ਮੇਰੀ ਗੱਲ 'ਤੇ ਹਮੇਸ਼ਾ ਯਕੀਨ ਕਰਦੇ ਸੀ, ਹੋਰ ਕੋਈ ਕਰੇ ਨਾ ਕਰੇ। ਮੰਮੀ ਬੋਲੇ, ਜੇ ਉੱਥੇ ਕੋਈ ਸੀ ਤਾਂ ਕਿਸੇ ਨੂੰ ਦਿਖਿਆ ਕਿਉਂ ਨਹੀਂ? ਕਿਤੇ ਕੋਈ ਭੂਤ ਪ੍ਰੇਤ ਤਾਂ ਨਹੀਂ ਸੀ? ਇਹ ਗੱਲ ਸੁਣ ਕੇ ਮੈਂ ਵੀ ਸੋਚੀ ਪੈ ਗਈ ਕਿ ਇਸ ਤਰ੍ਹਾਂ ਵੀ ਹੋ ਸਕਦਾ। ਫਿਰ ਮੈਂ ਤੇ ਮੰਮੀ ਨੇ ਸੋਚਿਆ ਕਿ ਇਸ ਬਾਰੇ ਵਿੱਚ ਕਿਸੇ ਗਿਆਨੀ ਬਾਬੇ ਨੂੰ ਪੁੱਛਣਾ ਚਾਹੀਦਾ ਹੈ। ਮੰਮੀ ਦੀ ਮਾਸੀ ਦੇ ਦੱਸਣ 'ਤੇ ਅਸੀਂ ਇੱਕ ਬਾਬਾ ਜੀ ਕੋਲ ਚਲੇ ਗਏ। ਉਹਨਾਂ ਨੇ ਸਾਰੀ ਰਾਤ ਇੱਕ ਮੰਤਰ ਦਾ ਜਾਪ ਕਰਨ ਲਈ ਕਿਹਾ, ਜੋ ਕਿ ਘਰ ਦੀਆਂ ਔਰਤਾਂ ਹੀ ਕਰ ਸਕਦੀਆਂ ਸੀ। ਫਿਰ ਅਸੀਂ ਘਰ ਆ ਗਈਆਂ। ਮੰਮੀ ਦੀ ਤਬੀਅਤ ਠੀਕ ਨਹੀਂ ਰਹਿੰਦੀ ਸੀ, ਇਸ ਲਈ ਉਹ ਤਾਂ ਸਾਰੀ ਰਾਤ ਜਾਗ ਕੇ ਜਾਪ ਨਹੀਂ ਕਰ ਸਕਦੇ ਸਨ। ਫਿਰ ਸਾਡਾ ਧਿਆਨ ਮੇਰੀ ਵੱਡੀ ਭਾਬੀ ਵੱਲ ਗਿਆ, ਜੋ ਕਿ ਵਿਧਵਾ ਸੀ, ਪਰ ਘਰ ਵਿੱਚ ਉਹਨਾਂ ਦਾ ਪੂਰਾ ਮਾਨ ਸਨਮਾਨ ਸੀ ਅਤੇ ਸਾਰੇ ਉਹਨਾਂ ਦੀ ਗੱਲ ਮੰਨਦੇ ਸਨ। ਮੈਂ ਆਪਣੀ ਭਾਬੀ ਅੱਗੇ ਮਿੰਨਤਾਂ ਕਰਨ ਲੱਗ ਗਈ ਕਿ ਉਹ ਰਾਤ ਨੂੰ ਜਾਪ ਕਰਨ ਲਈ ਮੰਨ ਜਾਣ। ਅਸਲ ਵਿੱਚ ਮੈਨੂੰ ਹਜੇ ਵੀ ਡਰ ਲੱਗ ਰਿਹਾ ਸੀ ਕਿ ਨਵੀਂ ਭਾਬੀ ਨਾਲ ਕੁਝ ਵੀ ਹੋ ਸਕਦਾ ਹੈ। ਫਿਰ ਵੱਡੀ ਭਾਬੀ ਨੇ ਵੀ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਂ ਤੇ ਭਾਬੀ ਨੇ ਵਾਰੋ-ਵਾਰੀ ਜਾਪ ਕਰਨ ਦਾ ਫੈਸਲਾ ਕੀਤਾ। ਪਹਿਲਾਂ 1 ਵਜੇ ਤੱਕ ਮੈਂ ਜਾਪ ਕਰਨਾ ਸੀ ਤੇ ਫਿਰ 5 ਵਜੇ ਤੱਕ ਭਾਬੀ ਨੇ।
ਫਿਰ ਰਾਤ ਨੂੰ ਸਾਰੇ ਜਾਣੇ ਖਾਣਾ ਖਾ ਕੇ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਗਏ। ਵੱਡੀ ਭਾਬੀ ਵੀ ਆਪਣੇ ਕਮਰੇ ਵਿੱਚ ਚਲੀ ਗਈ। ਉਹਨਾਂ ਨੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਪਰੇਸ਼ਾਨ ਵੀ ਲੱਗ ਰਹੀ ਸੀ। ਮੈਂ ਵੀ ਫਿਰ ਜਾਪ ਕਰਨ ਲਈ ਚਲੀ ਗਈ ਤੇ 1 ਵਜੇ ਭਾਬੀ ਆ ਗਏ। ਮੈਂ ਉੱਠ ਕੇ ਆਪਣੇ ਕਮਰੇ ਵਿੱਚ ਗਈ, ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ। ਅਜੀਬ ਜਿਹੀ ਬੇਚੈਨੀ ਲੱਗੀ ਹੋਈ ਸੀ। ਮੈਂ ਉੱਠ ਕੇ ਬਾਹਰ ਪਾਣੀ ਪੀਣ ਗਈ ਤਾਂ ਭਾਬੀ ਉੱਥੇ ਜਾਪ ਵਾਲੀ ਜਗ੍ਹਾ ਨਹੀਂ ਸੀ ਤੇ ਨਾ ਹੀ ਕਮਰੇ ਵਿੱਚ। ਮੈਂ ਬਹੁਤ ਡਰ ਗਈ ਕਿ ਭਾਬੀ ਕਿੱਥੇ ਚਲੀ ਗਈ। ਫਿਰ ਮੈਂ ਆਪਣੇ ਭਰਾ ਨੂੰ ਫ਼ੋਨ ਕੀਤਾ ਤੇ ਸਭ ਕੁਝ ਦੱਸਿਆ। ਜਦੋਂ ਉਹ ਕਮਰੇ ਵਿੱਚੋਂ ਬਾਹਰ ਆਇਆ ਤਾਂ ਉਸ ਦੀ ਉੱਚੀ ਆਵਾਜ਼ ਆਈ ਕਿ ਹਿੱਲਣਾ ਨਹੀਂ, ਤੂੰ ਜੋ ਕੋਈ ਵੀ ਹੈ ਇੱਥੇ ਹੀ ਬੈਠਾ ਰਹਿ, ਨਹੀਂ ਤਾਂ ਜਾਨ ਤੋਂ ਮਾਰ ਦੇਵਾਂਗਾ। ਇਹ ਸੁਣ ਕੇ ਸਾਰੇ ਉੱਠ ਗਏ ਤੇ ਮੇਰੇ ਭਰਾ ਦੇ ਕਮਰੇ ਦੇ ਬਾਹਰ ਇਕੱਠੇ ਹੋ ਗਏ। ਦਰਵਾਜ਼ੇ ਦੇ ਬਾਹਰ ਜੋ ਆਦਮੀ ਸੀ ਉਹ ਉੱਦਾਂ ਹੀ ਬੈਠਾ ਰਿਹਾ, ਜਿਵੇਂ ਕੋਈ ਸੱਪ ਸੁੰਘ ਗਿਆ ਹੋਵੇ। ਅਸੀਂ ਸਾਰੇ ਬਹੁਤ ਡਰ ਗਏ ਸੀ ਕਿ ਇਹ ਆਖਿਰ ਹੈ ਕੌਣ। ਫਿਰ ਮੇਰੇ ਭਰਾ ਨੇ ਹਿੰਮਤ ਕੀਤੀ ਤੇ ਅੱਗੇ ਹੋ ਕੇ ਉਸ ਦੀ ਚਾਦਰ ਖਿੱਚ ਲਈ। ਉਸਨੇ ਕਾਲੀ ਚਾਦਰ ਲੈ ਰੱਖੀ ਸੀ। ਜਿੱਦਾਂ ਹੀ ਚਾਦਰ ਮੂੰਹ ਤੋਂ ਹਟੀ ਤਾਂ ਸਾਰਿਆਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਕਿਉਂਕਿ ਉੱਥੇ ਕੋਈ ਹੋਰ ਨਹੀਂ, ਮੇਰੀ ਵੱਡੀ ਭਾਬੀ ਬੈਠੀ ਹੋਈ ਸੀ। ਮੇਰੇ ਭਰਾ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਕਿ ਭਾਬੀ ਤੁਸੀਂ ਇੱਥੇ ਕੀ ਕਰ ਰਹੇ ਹੋ? ਭਾਬੀ ਦੇ ਚਿਹਰੇ ਦਾ ਤਾਂ ਰੰਗ ਵੀ ਉੱਡ ਗਿਆ। ਕੁਝ ਸੋਚ ਕੇ ਉਹ ਬੋਲੀ ਕਿ ਮੈਂ ਤਾਂ ਇੱਥੇ ਬੈਠੀ ਜਾਪ ਕਰ ਰਹੀ ਸੀ ਤੇ ਉਸ ਦੇ ਕੋਲ ਇੱਕ ਟੋਕਰੀ ਪਈ ਹੋਈ ਸੀ ਜੋ ਕਿ ਉਹ ਹੱਥ ਦੇ ਨਾਲ ਪਿੱਛੇ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਵੇਂ ਕੁਝ ਲੁਕੋ ਰਹੀ ਹੋਵੇ। ਮੈਂ ਅੱਗੇ ਹੋ ਕੇ ਟੋਕਰੀ ਖਿੱਚ ਲਈ ਤੇ ਉਸ ਦਾ ਢੱਕਣ ਚੁੱਕਿਆ ਤਾਂ ਵਿੱਚ ਇੱਕ ਕਾਲੇ ਰੰਗ ਦਾ ਜ਼ਹਿਰੀਲਾ ਸੱਪ ਸੀ, ਜਿਸ ਦੇ ਇੱਕ ਡੰਗ ਨਾਲ ਕਿਸੇ ਦੀ ਵੀ ਮੌਕੇ 'ਤੇ ਮੌਤ ਹੋ ਸਕਦੀ ਸੀ। ਮੰਮੀ ਨੇ ਗੁੱਸੇ ਵਿੱਚ ਕਿਹਾ ਕਿ ਇਹ ਸੱਪ ਇੱਥੇ ਕੀ ਕਰਨ ਨੂੰ ਰੱਖਿਆ? ਤਾਂ ਉਸਨੇ ਕਿਹਾ ਕਿ ਉੱਦਾਂ ਹੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਜਵਾਬ ਦੇਵੇ ਤੇ ਹੁਣ ਸਭ ਕੁਝ ਸਾਫ਼ ਨਜ਼ਰ ਆ ਰਿਹਾ ਸੀ ਕਿ ਕਿਵੇਂ ਪਹਿਲੀਆਂ 2 ਭਾਬੀਆਂ ਦਾ ਰੰਗ ਨੀਲਾ ਪੈ ਗਿਆ ਸੀ ਤੇ ਮੂੰਹ ਵਿੱਚੋਂ ਵੀ ਝੱਗ ਨਿਕਲ ਰਹੀ ਸੀ। ਭਾਬੀ ਵੀ ਸਭ ਕੁਝ ਸਮਝ ਚੁੱਕੀ ਸੀ ਕਿ ਘਰਦਿਆਂ ਨੂੰ ਸੱਚ ਦਾ ਪਤਾ ਲੱਗ ਗਿਆ ਹੈ। ਹੁਣ ਉਹ ਸ਼ਰਮਿੰਦੀ ਹੋਈ ਬੈਠੀ ਕਿਸੇ ਨਾਲ ਨਜ਼ਰਾਂ ਵੀ ਨਹੀਂ ਮਿਲਾ ਰਹੀ ਸੀ। ਉਸ ਦੀ ਆਪਣੇ ਦਿਓਰ 'ਤੇ ਗੰਦੀ ਅੱਖ ਸੀ, ਤਾਂ ਕਰਕੇ ਉਸਨੇ ਮੇਰੇ ਭਰਾ ਦੀਆਂ ਪਹਿਲੀਆਂ 2 ਪਤਨੀਆਂ ਨੂੰ ਮਾਰ ਦਿੱਤਾ ਸੀ। ਸਾਰੇ ਬੋਲ ਰਹੇ ਸੀ ਕਿ ਜਲਦੀ ਪੁਲਿਸ ਨੂੰ ਫ਼ੋਨ ਕਰੋ, ਇਸ ਨੂੰ ਸਜ਼ਾ ਹੋਣੀ ਚਾਹੀਦੀ ਹੈ। ਐਨੇ ਨੂੰ ਰੌਲੇ ਰੱਪੇ ਵਿੱਚ ਸੱਪ ਟੋਕਰੀ ਵਿੱਚੋਂ ਨਿਕਲ ਕੇ ਭਾਬੀ ਦੇ ਲੜ ਗਿਆ ਤੇ ਉਹ ਉੱਥੇ ਹੀ ਮਰ ਗਈ, ਜਿਵੇਂ ਉਸ ਨੂੰ ਉਸਦੇ ਕਰਮਾਂ ਦੀ ਸਜ਼ਾ ਮਿਲ ਗਈ ਹੋਵੇ। ਕਦੇ ਵੀ ਕਿਸੇ ਨਾਲ ਬੁਰਾ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਇੱਕ ਨਾ ਇੱਕ ਦਿਨ ਘੁੰਮ ਕੇ ਤੁਹਾਡੇ ਅੱਗੇ ਜ਼ਰੂਰ ਆਉਂਦਾ ਹੈ।